असलामुअलैकुम की हाल है साਰਿਆਂ ਦਾ ठीक ठाक हो से ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਈਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਜਿਹੜੇ ਤੇ ਆਪਣੀ ਮਾਂ-ਬਾਪ ਦੀ ਗੱਲ ਸੁਣ ਲੈਂਦੇ ਨੇ ਕਾਮਯਾਬੀ ਉਹਨਾਂ ਦੇ ਕਦਮ ਚੁੰਮਦੀ ਹੈ ਤੇ ਕਿਸ ਟਾਈਮ ਤੁਹਾਡੇ ਵਾਸਤੇ ਗਾਇਬੀ ਮਦਦ ਆ ਜੇ ਤੁਸੀਂ ਸੋਚੋ ਵੀ ਨਾ ਅੱਲਾਹ ਉੱਥੋਂ ਤੁਹਾਡੀ ਮਦਦ ਕਰ ਦੇ। ਲਾਲੇ ਹੋਰੀ ਕਹਿੰਦੇ ਮੇਰੇ ਕੋਲ ਟਾਈਮ ਹੈ, ਮੈਂ ਕਿਹਾ ਚਲੋ ਅੱਜ ਜਾ ਕੇ ਥੋੜੀ ਦੇਰ ਆਪਣੇ ਪਲਾਜ਼ੇ 'ਚ ਬਹਿਣਾ। ਕਹਿੰਦੇ ਪਲਾਜ਼ੇ 'ਚ ਮੈਂ ਬੈਠਿਆ ਸਾਂ, ਦੇਖਣਾ ਕੀ ਹੈ ਕਿ ਸਾਈਕਲ ਤੇ ਇੱਕ ਬਜ਼ੁਰਗ ਜਾ ਰਹੇ ਨੇ, ਉਹਨਾਂ ਪਿੱਛੇ ਦੁਹਾਣਾ ਰੱਖਿਆ। ਮੇਰੇ ਦੇਖਦਿਆਂ ਦੁਹਾਣਾ ਉਹਨਾਂ ਦਾ ਥੱਲੇ ਟੈ ਪਿਆ ਤੇ ਚੂਰੋ ਚੂਰ ਹੋ ਗਿਆ। ਉਹਨਾਂ ਸਾਈਕਲ ਸਟੈਂਡ ਤੇ ਲਾਇਆ ਤੇ ਜਿਸ ਦੁਹਾਣੇ ਵੱਲ ਧਿਆਨ ਮਾਰਿਆ ਤੇ ਆਪਣੇ ਮੱਥੇ ਤੇ ਹੱਥ ਮਾਰਨ ਲੱਗ ਪਏ। ਉਹ ਇਹ ਕੀ ਹੋ ਗਿਆ? ਕਹਿੰਦੇ ਨਾਲ ਹੀ ਉਹਨਾਂ ਨਜ਼ਰ ਚੁੱਕੀ ਤੇ ਸਿੱਧਾ ਮੇਰੇ ਪਲਾਜ਼ੇ ਵੱਲ ਟੁਰ ਪਏ। ਆ ਕੇ ਕਹਿੰਦੇ ਨੇ ਬੇਟਾ ਕੀ ਛਾਪਰ ਹੋਵੇਗਾ ਤੁਹਾਡੇ ਕੋਲ? ਅੱਗੋਂ ਮੁੰਡਾ ਕਹਿੰਦਾ ਨਹੀਂ ਬਜ਼ੁਰਗੋ ਛਾਪਰ ਤੇ ਕੋਈ ਨਹੀਂ। ਕਹਿੰਦਾ ਮੂੰਹ ਲਟਕਾਇਆ ਜਿਸੇ ਬਾਹਰ ਨਿਕਲੇ, ਨਾਲ ਮੈਂ ਵੀ ਬਾਹਰ ਨਿਕਲ ਆਇਆ। ਮੈਂ ਕਿਹਾ ਕੀ ਹੋਇਆ ਬਜ਼ੁਰਗੋ? ਕਹਿੰਦਾ ਦੁਹਾਣਾ ਲੈ ਕੇ ਆਇਆ ਸਾਂ ਬੱਚਿਆਂ ਵਾਸਤੇ 7 ਕਿਲੋਮੀਟਰ ਦੂਰੋਂ, ਉੱਥੋਂ ਮੈਂ ਕਿਹਾ ਸਸਤੇ ਲੱਗੇ ਨੇ ਦੁਹਾਣਾ, ਉੱਥੋਂ ਲੈ ਕੇ ਆਇਆ ਤੇ ਅੱਗੋਂ ਇੱਥੇ ਆ ਕੇ ਦੁਹਾਣਾ ਟਹਿ ਪਿਆ। ਕਹਿੰਦਾ ਮੈਂ ਕਿਹਾ ਨਹੀਂ ਹੋਣਾ ਬੱਚਿਆਂ ਦੇ ਨਸੀਬਾਂ 'ਚ। ਕਹਿੰਦਾ ਮੈਂ ਕਿਹਾ ਬਜ਼ੁਰਗੋ ਕਿਆ ਮੈਂ ਤੁਹਾਡੇ ਨਾਲ ਤੁਹਾਡੇ ਘਰ ਜਾ ਸਕਣਾ? ਉਹਨਾਂ ਕਿਹਾ ਨਹੀਂ ਬੇਟਾ ਮੈਂ ਤੈਨੂੰ ਨਹੀਂ ਨਾਲ ਘਰ ਲੈ ਕੇ ਜਾ ਸਕਦਾ। ਕਿਉਂ? ਮੇਰੀਆਂ 3 ਬੇਟੀਆਂ ਨੇ ਜਵਾਨ ਤੇ ਇਸ ਵਾਸਤੇ ਮੈਂ ਤੈਨੂੰ ਘਰ ਨਹੀਂ ਲੈ ਕੇ। ਉਹਨਾਂ ਕਿਹਾ ਤੁਹਾਡੀਆਂ ਧੀਆਂ ਜਿਹੜੀਆਂ ਨੇ ਉਹ ਮੇਰੀਆਂ ਭੈਣਾਂ ਨੇ ਤੇ ਤੁਹਾਡੀ ਬੀਵੀ ਜਿਹੜੀ ਆ ਉਹ ਮੇਰੀ ਮਾਂ ਦੀ ਜਗ੍ਹਾ 'ਤੇ ਆ ਤੇ ਤੁਸੀਂ ਮੇਰੇ ਪਿਓ ਦੀ ਜਗ੍ਹਾ 'ਤੇ ਹੋ ਤੇ ਮੈਂ ਤੁਹਾਡੇ ਨਾਲ ਤੁਹਾਡੇ ਘਰ ਜਾਣਾ। ਉਹਨੇ ਕਿਹਾ ਠੀਕ ਹੈ ਬੇਟਾ ਤੇਰੀ ਮਰਜ਼ੀ ਹੈ ਤੇ ਚੱਲ। ਕਹਿੰਦੇ ਸਾਈਕਲ ਤੇ ਪੈਦਲ ਹੀ ਉਹਨਾਂ ਨਾਲ ਮੈਂ ਟੁਰ ਪਿਆ। ਗੱਲਾਂ ਕਰਦੇ ਕਰਦੇ ਉਹਨਾਂ ਦੇ ਘਰ ਤੱਕ ਪਹੁੰਚ ਆਏ। ਆ ਕੇ ਜਿਸ ਉਹਨਾਂ ਦੇ ਘਰ ਕੋਲ ਪਹੁੰਚੇ, ਲੱਕੜ ਦਾ ਪੁਰਾਣਾ ਜਿਹਾ ਦਰਵਾਜ਼ਾ, ਪੁਰਾਣੀਆਂ ਜਿਹੜੀਆਂ ਇੱਟਾਂ ਲੱਗੀਆਂ ਸੀਮੈਂਟ ਤੋਂ ਬਗੈਰ। ਕਹਿੰਦੇ ਅੰਦਰ ਵੜ ਕੇ ਕੱਚਾ ਵਿਹੜਾ, ਇਸ ਅੰਦਰ ਉਹਦਾ ਸਾਈਕਲ ਖਲਾਇਆ ਮੈਨੂੰ। ਕਹਿੰਦੇ ਆ ਬੇਟਾ ਬਹਿ। ਕਹਿੰਦੇ ਪੁਰਾਣੀ ਜੀ ਮੰਜੀ ਉਹਦੇ 'ਤੇ ਮੈਂ ਬਹਿ ਗਿਆ। ਕਹਿੰਦੇ ਬੇਟਾ ਚਾਹ ਬਣਾਈਏ? ਮੈਂ ਚਾਹ ਨਹੀਂ ਮੈਂ ਪੀਣੀ ਤੇ ਮੈਨੂੰ ਪਾਣੀ ਦਾ ਗਲਾਸ ਦੇ ਦਿਓ। ਕਹਿੰਦਾ ਉਹਨਾਂ ਪਾਣੀ ਦਾ ਗਲਾਸ ਲਿਆ ਕੇ ਦਿੱਤਾ। ਕਹਿੰਦਾ ਮੈਂ ਸਾਰੇ ਇੱਧਰ ਆਓ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਕਹਿੰਦੇ ਕੀ ਗੱਲ ਕਰਨੀ ਹੈ? ਉਹਨੇ ਕਿਹਾ ਬੇਟਾ ਦੱਸ ਸਾਨੂੰ। ਉਹਨਾਂ ਨੇ ਨਹੀਂ ਸਾਰਿਆਂ ਨੂੰ ਬੁਲਾਓ। ਫੇਰ ਉਹਨਾਂ ਸਾਰਿਆਂ ਨੂੰ ਬੁਲਾਇਆ। ਕਹਿੰਦੇ ਮੈਂ ਉਹਨਾਂ ਨੂੰ ਆਖਿਆ ਕਿ ਮੇਰੀ ਉਮਰ ਸੀ 13 ਸਾਲ ਤੇ ਮੇਰੇ ਛੋਟੇ ਭਾਈ ਦੀ ਉਮਰ ਸੀ 12 ਸਾਲ। ਕਹਿੰਦਾ ਮੈਂ ਤੇ ਮੇਰਾ ਛੋਟਾ ਭਾਈ ਇੰਝ ਕਰਦੇ ਸਾਂ, ਛੱਤ 'ਤੇ ਚੜ੍ਹ ਜਾਂਦੇ ਸਾਂ, ਜਾ ਕੇ ਗੁਆਂਢੀਆਂ ਨੂੰ ਪਤਾ ਸੀ ਕਿ ਅਸੀਂ ਛੱਤ 'ਤੇ ਆ ਕੇ ਇਹਨਾਂ ਦੇ ਦੁਹਾਣੇ ਦੀਆਂ ਛਿਲਣਾ ਖਾਂਦੇ ਹਾਂ। ਕਹਿੰਦੇ ਇਹਨਾਂ ਦੁਹਾਣੇ ਦੀਆਂ ਛਿਲਣਾ ਉੱਤੇ ਸੱਟਦੇ ਸੀ ਤੇ ਅਸੀਂ ਦੋਵੇਂ ਭਰਾ ਉੱਤੇ ਚੜ੍ਹ ਕੇ ਖਾਂਦੇ ਸਾਂ। ਇੱਕ ਦਿਨ ਮੇਰੀ ਅੰਮੀ ਨੇ ਦੇਖ ਲਿਆ ਸਾਨੂੰ, ਅਸੀਂ ਦੁਹਾਣੇ ਦੀਆਂ ਛਿਲਣਾ ਖਾ ਰਹੇ ਸਾਂ। ਕਹਿੰਦੇ ਅੰਮੀ ਆ ਕੇ ਸਾਨੂੰ ਜੁੱਤੀਆਂ ਨਾਲ ਕੁੱਟ ਕੇ ਰੱਖ ਦਿੱਤਾ। ਕਹਿੰਦੇ ਤੁਸੀਂ ਕੀ ਚਵਲਾਂ ਮਾਰਨ ਲੱਗੇ ਹੋ? ਆ ਲੈਂਦੇ ਅੱਜ ਸ਼ਾਮੀ ਤੁਹਾਡੇ ਪਿਓ ਨੂੰ ਤੇ ਤੁਹਾਡਾ ਮੈਂ ਇਲਾਜ ਕਰਾਨੀ ਆ। ਕਹਿੰਦੇ ਅਸੀਂ ਡਰ ਗਏ ਕਿ ਅੱਜ ਅੱਬੂ ਨਹੀਂ ਸਾਨੂੰ ਛੱਡਦੇ। ਉਂਝ ਅੱਬੂ ਸਾਨੂੰ ਮਾਰਦੇ ਕੋਈ ਨਹੀਂ ਸੀ। ਕਹਿੰਦੇ ਮੈਂ ਕਿਹਾ ਅੱਬੂ ਨਹੀਂ ਅੱਜ ਛੱਡਦੇ ਸਾਨੂੰ। ਕਹਿੰਦੇ ਅਸੀਂ ਜਿਹੜਾ ਡਰੇ, ਅੱਬੂ ਆਏ ਸ਼ਾਮੀ ਘਰ। ਅੰਮੀ ਨੇ ਆਉਂਦਿਆਂ ਪਹਿਲੀ ਗੱਲ ਇਹ ਦੱਸੀ ਕਿ ਤੁਹਾਡੇ ਮੁੰਡੇ ਇਹ ਚਵਲਾਂ ਮਾਰਦੇ ਜੇ ਪਏ। ਕਹਿੰਦੇ ਅੱਬੂ ਮੇਰੇ ਕਹਿੰਦੇ ਆ ਜਾਓ ਬੇਟਾ ਸਾਈਡ 'ਤੇ। ਕਹਿੰਦੇ ਜਿਸ ਵੇਲੇ ਅਸੀਂ ਸਾਈਡ 'ਤੇ ਗਏ ਅਸੀਂ ਆਖਿਆ ਅੱਜ ਅੱਬੂ ਨਹੀਂ ਛੱਡਦੇ। ਕਹਿੰਦੇ ਅੱਬੂ ਸਾਈਡ 'ਤੇ ਬਹਾਲ ਕੇ ਨਾ, ਮੈਂ ਕਿਹਾ ਬੇਟਾ ਜਿਹੜਾ ਤੁਸੀਂ ਕੰਮ ਕੀਤਾ ਨਾ ਮੈਨੂੰ ਵਾਕਈ ਬਹੁਤ ਦੁੱਖ ਹੋਇਆ। ਉਹਨਾਂ ਆਖਿਆ ਤੁਸੀਂ ਜਿਹੜਾ ਨਾ, ਮੈਂ ਸਾਰੀ ਜ਼ਿੰਦਗੀ ਕਦੇ ਨਹੀਂ ਸੋਚਿਆ ਕਿ ਮੈਂ ਆਪੂ ਫਰੂਟ ਖਾਣਾ। ਮੇਰੇ ਕੋਲ ਜਿਹੜੀ ਦਿਹਾੜ ਲੱਗਦੀ ਹੈ ਮੈਂ ਘਰ ਲੈ ਆਉਣਾ ਕਿਉਂਕਿ ਮੇਰੇ ਬੱਚੇ ਭੁੱਖੇ ਨਾ ਰਵਣ। ਤੇ ਬੇਟਾ ਤੁਸੀਂ ਜਿਹੜਾ ਨਾ ਬਾਕੀ ਤੁਹਾਨੂੰ ਘਰ ਜੋ ਵੀ ਸੁੱਕੀ ਸਿੰਨੀ ਲੱਭਦੀ ਹੈ ਤੁਸੀਂ ਉਹ ਖਾਇਆ ਕਰੋ, ਲੇਕਿਨ ਇਸ ਤਰ੍ਹਾਂ ਨਾ ਕਰਿਆ ਕਰੋ ਕਿਉਂਕਿ ਜੇ ਤੁਸੀਂ ਪੇਟ ਦਾ ਸੋਚੋਗੇ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕੋਗੇ। ਤੁਸੀਂ ਅਗਰ ਕਾਮਯਾਬ ਹੋਣਾ ਤਾਂ ਬੇਟਾ ਕੋਈ ਆਪਣੇ ਤਰੱਕੀ ਦੇ ਬਾਰੇ ਸੋਚੋ, ਮੇਰਾ ਸਹਾਰਾ ਬਣੋ ਤੇ ਇੰਝ ਨਾ ਕਰਿਆ ਕਰੋ। ਤੇ ਅੱਜ ਦੀ ਜਿਹੜੀ ਮੇਰੀ ਦਿਹਾੜ ਲੱਗੀ ਹੈ ਬੇਟਾ ਇਹ ਲਓ, 500 ਰੁਪਈਆ, ਜਾ ਕੇ ਸੁਬਾਹ ਦੋਵੇਂ ਭਰਾ ਦੁਹਾਣਾ ਖਾ ਲਿਓ। ਕਹਿੰਦੇ ਮੈਂ 500 ਰੁਪਈਆ ਫੜ ਕੇ ਫੁੱਟਵਟ ਜੇਬ 'ਚ ਪਾਇਆ, ਪੈਸੇ ਕਦੇ ਤੱਕੇ ਹੀ ਨਹੀਂ ਸੀ। ਤੇ ਨਿੱਕਾ ਭਰਾ ਵੀ ਖੁਸ਼ ਹੋ ਗਿਆ ਸੀ ਕਿ ਸੁਬਾਹ ਜਾ ਕੇ ਦੁਹਾਣਾ ਖਾਵਾਂਗੇ। ਕਹਿੰਦੇ ਮੇਰੀ ਅੰਮੀ ਨੇ ਦੇਖਿਆ ਤੇ ਅੰਮੀ ਨੇ ਰੋਲਾ ਪਾ ਦਿੱਤਾ, ਇਹ ਕੀ ਕੀਤਾ ਜੇ 500 ਰੁਪਈਆ ਇਹਨਾਂ ਨੂੰ ਦੇ ਦਿੱਤਾ ਜੇ। ਉਹਨਾਂ ਕਿਹਾ ਹੈਰ ਹੀ ਮੁੰਡਿਆਂ ਨੂੰ ਆਪਣੇ ਦਿਲ ਦੀ ਰੀਝ ਪੂਰੀ ਕਰ ਲੈਂਦੇ। ਉਹਨਾਂ ਕਿਹਾ ਤੇ ਘਰ ਕੇ ਬਣਾਓ? ਉਹਨਾਂ ਕਿਹਾ ਹੈਰ ਹੀ ਅੱਲਾ ਮਾਲਕ ਹੈ। ਕਹਿੰਦਾ ਮੈਂ 500 ਰੁਪਈਆ ਲੈ ਕੇ ਜਾ ਕੇ ਲੰਮਾ ਪੈ ਗਿਆ। ਕਹਿੰਦਾ ਅੱਗੋਂ ਮੈਂ ਪਾਸੇ ਮਾਰ ਕੇ ਰਾਤੀ ਮੈਨੂੰ ਨੀਂਦਰ ਕੋ ਨਾ ਆਵੇ। ਸੁਬਾਹ ਉੱਠਿਆ ਸਕੂਲ ਖੜਿਆ 500 ਰੁਪਈਆ ਤੇ ਉਹਨੂੰ ਸਮਝ ਨਾ ਆਵੇ ਕਿੱਥੇ ਰੱਖਣਾ ਮੈਂ। ਕਹਿੰਦਾ ਸ਼ਾਮੀ ਜਿਸ ਵੇਲੇ ਘਰ ਆਏ ਮੈਂ ਫੇਰ ਆ ਕੇ ਅੱਬੂ ਨੂੰ ਆਖਿਆ ਕਿ ਅੱਬੂ ਜੀ 500 ਰੁਪਈਆ ਹੋਰ ਦਿਓ। ਕਹਿੰਦੇ ਅੱਬੂ ਨੇ ਜਿਹੜੀ ਦਿਹਾੜ ਲਾਈ ਸੀ ਉਹ ਫਿਰ ਮੈਨੂੰ 500 ਰੁਪਈਆ ਕੱਢ ਕੇ ਦਿੱਤੇ। ਅੰਮੀ ਨੇ ਅੱਗੋਂ ਰੋਲਾ ਪਾ ਦਿੱਤਾ ਕਿ ਤੁਸੀਂ ਕੀ ਕਰਦੇ ਹੋ ਪਏ? ਕੱਲ੍ਹ ਵੀ ਤੁਸੀਂ ਇਹਨੂੰ 500 ਦਿੱਤਾ, ਅੱਜ ਫਿਰ 500 ਦਿੰਦੇ ਹੋ ਪਏ ਤੇ ਘਰ ਕੀ ਅਸੀਂ ਪਕਾ ਕੇ ਖਾਵਾਂਗੇ? ਉਹਨੇ ਕੋਈ ਨਹੀਂ ਅੱਲਾ ਮਾਲਕ ਹੈ, ਮੁੰਡੇ ਨੂੰ ਖੁਸ਼ ਹੋ ਲੈਂਦੇ। ਕਹਿੰਦੇ ਫਿਰ ਉਹਨਾਂ 500 ਦਿੱਤਾ ਮੈਨੂੰ। ਕਹਿੰਦੇ ਅੱਗੋਂ ਤੀਸਰੇ ਦਿਨ ਜਿਹੜਾ ਨਾ ਮੈਂ ਫਰੂਟ ਵਾਲੀ ਰੇਹੜੀ 'ਤੇ ਖਲੋਤਿਆ ਸਾਂ, ਉੱਥੇ ਫਰੂਟ ਚਾਟ ਖਾਣ ਲੱਗਿਆ ਸਾਂ। ਮੇਰੀ ਅੰਮੀ ਨੇ ਮੈਨੂੰ ਤੱਕ ਲਿਆ ਤੇ ਘਰ ਆ ਕੇ ਅੱਬੂ ਨੂੰ ਕਹਿੰਦਾ ਹੋਰ ਮੁੰਡੇ ਨੂੰ ਯਾਸ਼ੀ ਕਰਾਓ। ਇਹ ਮੁੰਡਾ ਤੁਹਾਡਾ ਤੇ ਉੱਥੇ ਫਰੂਟ ਚਾਟ ਖਾਂਦਾ ਪਿਆ, ਮੁੰਡਿਆਂ ਨੂੰ ਖਵਾਲਦਾ ਪਿਆ ਤੇ ਕੋਈ ਨਿੱਕੇ ਭਰਾ ਨੂੰ ਵੀ ਨਹੀਂ ਸੀ ਨਾਲ ਖੜਿਆ ਆ। ਉਹਨੇ ਕਿਹਾ ਹੈਰ ਹੀ ਉਹਦੀ ਆਪਣੀ ਮਰਜ਼ੀ, ਜੋ ਉਹਦੀ ਰੀਝ ਆ ਉਹਨੂੰ ਪੂਰੀ ਕਰਨ। ਤੇ ਮੈਂ ਪੈਸੇ ਉਹਨੂੰ ਤਾਂ ਹੀ ਦਿੱਤੇ ਸੀ ਨਾ। ਮੈਂ ਫਿਰ ਘਰ ਆ ਕੇ ਮੈਂ ਕਿਹਾ ਅੱਬੂ ਜੀ ਦਿਓ 500 ਹੋਰ। ਕਹਿੰਦੇ ਅੱਬੂ ਨੇ 500 ਫਿਰ ਕੱਢ ਕੇ ਮੈਨੂੰ ਦੇ ਦਿੱਤਾ। ਕਹਿੰਦੇ ਘਰ 'ਚ ਭੈਣਾਂ ਨੇ ਅੰਮੀ ਨੇ ਰੌਲਾ ਪਾ ਦਿੱਤਾ ਕਿ ਤੁਸੀਂ ਕੀ ਕਰਦੇ ਹੋ ਪਏ ਇਹਨੂੰ, ਐਡਾ ਤੁਸੀਂ ਇਹਨੂੰ ਸਿਰ 'ਤੇ ਚੁੱਕਿਆ। ਉਹਨਾਂ ਕਿਹਾ ਕੋਈ ਗੱਲ ਨਹੀਂ ਹੈ ਰਹੀ ਹੈ। ਕਹਿੰਦੇ ਅੱਗੋਂ 3 ਦਿਨ ਦੇ ਮੈਂ ਪੈਸੇ ਲੈ ਕੇ ਮੈਂ ਖੁਸ਼ ਹੋ ਗਿਆ। ਚੌਥੇ ਦਿਨ ਮੈਂ ਆ ਕੇ ਘਰ ਆਖਿਆ ਕਿ ਅੱਜ ਸ਼ਾਮੀ ਜਿਹੜਾ ਨਾ ਮੈਂ ਘਰ ਲੇਟ ਆਵਾਂਗਾ। ਇਹ ਕਿਉਂ ਲੇਟ ਆਵਾਂਗਾ? ਇਹ ਜੀ ਮੈਂ ਇਸ ਤਰ੍ਹਾਂ ਜਿਹੜਾ ਮੇਰਾ ਦੋਸਤ ਹੈ ਉਹਦੇ ਅੱਬੂ ਦੀ ਕਰਿਆਨੇ ਦੀ ਦੁਕਾਨ ਹੈ, ਮੈਂ ਉਹਨਾਂ ਨੂੰ ਆਖਿਆ ਸੀ ਕਿ ਮੈਨੂੰ 1500 ਦੀ ਮੂੰਗਫਲੀ ਲਿਆ ਦਿਓ
ਤੇ ਉਹਨਾਂ ਮੈਨੂੰ 1500 ਦੀ ਮੂੰਗਫਲੀ ਮੰਗਾ ਕੇ ਦਿੱਤੀ ਹੈ ਤੇ ਨਾਲ ਕਿਲੋ ਦਾ ਰੇਵੜੀਆਂ ਦਾ ਪੈਕਟ ਉਹਨਾਂ ਆਪਣੀ ਤਰਫੋਂ ਮੈਨੂੰ ਦਿੱਤਾ ਹੈ। ਤੇ ਅੱਗੋਂ ਮੈਂ ਸ਼ਾਮੀ ਜਿਹੜਾ ਨਾ ਉਹ ਵੇਚਣਾ ਕਰਨਾ ਹੈ ਤੇ ਇਸ ਵਾਸਤੇ ਜਿਹੜਾ ਮੈਂ ਲੇਟ ਆਵਾਂ ਕਰਾਂਗਾ। ਕਹਿੰਦੇ ਅੰਮੀ ਨੇ ਅੱਬੂ ਦੇ ਮੂੰਹ ਵੱਲ ਤੱਕਿਆ, ਦੋਵਾਂ ਦੇ ਜਿਹਨਾਂ ਚਿਹਰੇ ਸੁਰਖ ਹੋ ਗਏ। ਕਹਿੰਦੇ ਠੀਕ ਹੈ ਬੇਟਾ, ਜਿਸ ਤਰ੍ਹਾਂ ਤੇਰੀ ਮਰਜ਼ੀ ਹੈ। ਕਹਿੰਦਾ ਮੈਂ ਜਾ ਕੇ ਮੂੰਗਫਲੀ ਲਾਣੀ ਸ਼ੁਰੂ ਕਰ ਦਿੱਤੀ। ਕਰਦਿਆਂ ਕਰਦਿਆਂ ਆਸਤਾ ਆਸਤਾ ਮੈਂ ਖਜੂਰਾਂ, ਨੇਜ਼ੇ ਔਰ ਖੁਸ਼ਕ ਮੇਵਾ ਜਿਹੜਾ ਉਹ ਮੈਂ ਉੱਥੇ ਰੱਖ ਲਿਆ। ਤੇ ਜਿਹੜੇ ਮੇਰੇ ਕੋਲ ਪੈਸੇ ਹੁੰਦੇ ਸੀ ਮੈਂ ਨਾਲ ਕਰਿਆਨੇ ਦੀ ਦੁਕਾਨ ਤੇ ਅੰਕਰਾਂ ਨੂੰ ਜਮ੍ਹਾਂ ਕਰਾਈ ਜਾਂਦਾ ਸਾਂ। ਕਹਿੰਦੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਮੈਂ ਨਾਲ ਹੀ ਉਹਨਾਂ ਦੇ ਦੁਕਾਨ ਲੈ ਲਈ ਕਿਰਾਏ ਤੇ, ਉਹਦੇ 'ਚ ਲਿਆ ਖੁਸ਼ਕ ਮੇਵਾ ਪਾਇਆ ਤੇ ਅੱਬੂ ਰੀ ਬੜੇ ਖੁਸ਼ ਹੋਏ। ਤੇ ਘਰ ਉਹਨਾਂ ਕਦੇ ਨਹੀਂ ਸੀ ਪੁੱਛਿਆ ਮੈਨੂੰ ਕਿ ਪੈਸੇ ਤੂੰ ਕਿੱਧਰ ਕਰਨੇ। ਅੱਬੂ ਜਿਹੜੀ ਦਿਹਾੜ ਲਾਉਂਦੇ ਸੀ ਉਹਦੇ ਨਾਲ ਹੀ ਉਹ ਗੁਜ਼ਾਰਾ ਕਰਦੇ ਸੀ। ਕਹਿੰਦਾ ਕਰਦਿਆਂ ਕਰਦਿਆਂ ਮੈਂ ਖੁਸ਼ਕ ਮੇਵਾ ਜਿਹੜਾ ਪੂਰੇ ਸ਼ਹਿਰ 'ਚ ਜਿਹੜਾ ਨਾ ਉਹ ਮੈਂ ਥੋਕ ਦੇ ਹਿਸਾਬ 'ਤੇ ਤਕਸੀਮ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦਾ ਮੈਂ ਅੱਬੂ ਨੂੰ ਆਖਿਆ, ਅੱਬੂ ਜੀ ਅੱਜ ਜਾਣਾ ਹੈ ਉਹ ਚਾਚੇ ਕਰਿਆਨੇ ਵਾਲਿਆਂ ਕੋਲ ਤੇ ਜਾ ਕੇ ਉਹਨਾਂ ਨਾਲ ਗੱਲ ਕਰਨੀ ਹੈ। ਉਹਨਾਂ ਆਖਿਆ ਠੀਕ ਹੈ ਬੇਟਾ, ਲੱਗੇ ਚਲਾਂਗੇ। ਕਹਿੰਦਾ ਉੱਥੇ ਖੜਿਆ। ਮੈਂ ਆਖਿਆ ਚਾਚਾ ਜੀ ਅੱਜ ਮੇਰਾ ਹਿਸਾਬ ਕਰ ਦਿਓ, ਜਿੰਨੇ ਮੇਰੇ ਪੈਸੇ ਆਏ ਨੇ ਮੇਰੇ ਅੱਬੂ ਰਨ ਦੇ ਦਿਓ। ਕਹਿੰਦਾ ਉਹਨਾਂ ਜਿਸ ਹਿਸਾਬ ਕੀਤਾ ਤੇ ਪੈਸੇ ਬਣੇ 17 ਲੱਖ ਰੁਪਈਆ। ਕਹਿੰਦਾ ਬੇਟਾ ਤੇਰਾ 17 ਲੱਖ ਰੁਪਈਆ ਸਾਡੇ ਕੋਲ ਜਮ੍ਹਾਂ ਹੈ। ਉਹਨੇ ਆਖਿਆ ਦੇ ਦਿਓ ਫਿਰ ਮੇਰੇ ਅੱਬੂ ਨੂੰ। ਕਹਿੰਦੇ ਅੱਬੂ ਨੇ ਜਿਸ ਮੇਰੇ ਵੱਲ ਤੱਕਿਆ, ਤੱਕ ਕੇ ਮੇਰੇ ਮੱਥੇ 'ਤੇ ਪਿਆਰ ਕਰਕੇ ਨਾ ਕਹਿੰਦਾ ਪੁੱਤਰ ਹੋਵੇ ਤੇ ਇਹੋ ਜਿਹਾ ਹੋਵੇ। ਕਹਿੰਦਾ ਸਦਕੇ ਜਾਂ ਤੇਰੇ ਤੇ। ਕਹਿੰਦਾ ਮੈਨੂੰ ਸਮਝ ਨਾ ਆਵੇ ਮੇਰੀ ਖੁਸ਼ੀ ਦੀ ਇੰਤਹਾ ਹੀ ਨਾ ਕਿ ਮੇਰੇ ਅੱਬੂ ਇਤਨੇ ਖੁਸ਼ ਨੇ। ਕਹਿੰਦਾ ਬਹੁਤ ਮੈਂ ਜ਼ਿਆਦਾ ਖੁਸ਼ ਹੋਇਆ ਕਿ ਮੇਰੇ ਅੱਬੂ ਇੰਨੇ ਮੇਰੇ ਤੋਂ ਖੁਸ਼ ਹੋ ਗਏ। ਕਹਿੰਦਾ ਹੁਣ ਇਸ ਟਾਈਮ ਮੈਂ ਪੂਰੇ ਯੂਰਪ ਵੀ ਫਿਰ ਸਕਣਾ ਤੇ ਮੇਰੇ ਆਪਣੇ ਪਲਾਜ਼ੇ ਵੀ ਨੇ। ਮੇਰੇ ਅੱਬੂ ਨੇ ਮੇਰੇ 'ਤੇ ਇਤਮਾਦ ਕੀਤਾ ਸੀ ਜਿਸ ਵਜ੍ਹਾ ਤੋਂ ਮੈਂ ਤਰੱਕੀ ਕੀਤੀ ਹੈ। ਤੇ ਅੰਕਲ ਜੀ ਮੇਰੇ ਗੱਲ ਸੁਣਾਉਣ ਦਾ ਤੁਹਾਨੂੰ ਇਹ ਮਕਸਦ ਹੈ ਕਿ ਤੁਸੀਂ ਦਿਹਾੜ ਲਾਉਂਦੇ ਹੋ ਤੇ ਉਹ ਦਿਹਾੜ ਦੇ ਪੈਸੇ ਤੁਸੀਂ ਮੇਰੇ ਕੋਲ ਲਵਿਆ ਕਰੋ ਤੇ ਤੁਸੀਂ ਅੱਜ ਤੋਂ ਬਾਅਦ ਜਿਹੜੇ ਨਾ ਮੂੰਗਫਲੀ ਲਾਣੀ ਕਰਨੀ ਹੈ ਮੇਰੇ ਪਲਾਜ਼ੇ ਦੇ ਸਾਹਮਣੇ। ਜਿਹੜੀ ਸੇਲ ਹੋਣੀ ਹੈ ਤੁਸੀਂ ਲਿਆ ਕੇ ਮੈਨੂੰ ਦੇਣੀ ਹੈ ਤੇ ਜਿਹੜੀ ਤੁਹਾਡੀ ਦਿਹਾੜ ਹੋਣੀ ਹੈ ਤੁਸੀਂ ਲੈ ਜਾਣੀ ਕਰਨੀ ਹੈ। ਉਹਨੇ ਕਿਹਾ ਠੀਕ ਹੈ ਮੈਨੂੰ ਮਨਜ਼ੂਰ ਹੈ ਬੇਟਾ। ਉਹਨਾਂ ਇੰਝ ਹੀ ਕਰਨਾ ਸ਼ੁਰੂ ਕਰਤਾ। ਆਸਤਾ ਆਸਤਾ ਕਰਦਿਆਂ ਕਰਦਿਆਂ ਉਸ ਮੂੰਗਫਲੀ ਦੀ ਸੇਲ ਵੱਧ ਗਈ। ਜਿਵੇਂ ਸੇਲ ਚੰਗੀ ਵੱਧ ਗਈ ਕਹਿੰਦਾ ਮੈਂ ਅੰਕਰਾਂ ਨੂੰ ਆਖਿਆ ਇਹ ਤੁਹਾਡੇ ਪੈਸੇ ਨੇ ਅੰਕਲ ਜੀ ਤੇ ਇਹ ਜਿਹੜੀ ਸੇਲ ਹੁੰਦੀ ਰਹੀ ਹੈ ਤੇ ਹੁਣ ਤੁਸੀਂ ਇਹਦਾ ਜਿਹੜਾ ਕਾਰੋਬਾਰ ਕਰਨਾ ਹੈ ਉਹ ਤੁਸੀਂ ਕਰ ਲਓ। ਕਹਿੰਦਾ ਨਹੀਂ ਬੇਟਾ ਤੂੰ ਹੀ ਸਾਨੂੰ ਕੋਈ ਦੁਕਾਨ ਤੱਕ ਦੇ ਤੇ ਅਸੀਂ ਉਹਦੇ 'ਚ ਹੀ ਦੁਕਾਨ ਪਾ ਲਾਂਗੇ। ਠੀਕ ਹੈ। ਮੈਂ ਦੁਕਾਨ ਮੈਂ ਸ਼ਹਿਰ 'ਚ ਉੱਥੇ ਗੱਲ ਕੀਤੀ, ਇਹਨਾਂ ਨੂੰ ਦੁਕਾਨ ਲੈ ਕੇ ਦਿੱਤੀ। ਉੱਥੇ ਉਹਨਾਂ ਜਨਾਬ ਦੁਕਾਨ ਪਾਈ ਖੁਸ਼ਕ ਮੇਵੇ ਦੀ ਤੇ ਚੰਗਾ ਭਲਾ ਉਹਨਾਂ ਦਾ ਕੰਮ ਚੱਲ ਪਿਆ, ਘਰੋਂ ਸੌਖੇ ਹੋ ਗਏ। ਕਹਿਣ ਦਾ ਮਕਸਦ ਇਹ ਹੈ ਕਿ ਅਗਰ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਇਸ ਤਰੀਕੇ ਨਾਲ ਕਰੋ ਕਿ ਅਗਲੇ ਦਾ ਕੁਝ ਬਣ ਜੇ। 5-10 ਹਜ਼ਾਰ ਜਾਂ 100 ਦੇਣ ਨਾਲ ਕਿਸੇ ਨੂੰ ਕੁਝ ਨਹੀਂ ਬਣਦਾ। ਅਗਲੇ ਨੇ ਖਾ ਕੇ ਹਜ਼ਮ ਕਰ ਦੇਣਾ ਹੈ। ਇਹ ਨਹੀਂ ਕਿ ਹਰ ਬੰਦੇ ਦਾ ਸੇਮ ਦਿਮਾਗ ਚੱਲਦਾ, ਇਹ ਹੋ ਹੀ ਨਹੀਂ ਸਕਦਾ। ਜ਼ਾਰੀ ਗੱਲ ਹਰ ਬੰਦਾ ਬਿਜ਼ਨਸਮੈਨ ਨਹੀਂ ਹੋ ਸਕਦਾ। ਜੇਕਰ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਕੋਈ ਐਸੇ ਤਰੀਕੇ ਨਾਲ ਕਰੋ ਕਿ ਉਹ ਸਾਰੀ ਜ਼ਿੰਦਗੀ ਉਹਦੇ ਬੱਚੇ ਵੀ ਖਾਣ ਤੇ ਉਹ ਵੀ ਖਾਏ। ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ ਕਿ ਚਲੋ ਮੈਨੂੰ ਹੌਸਲਾ ਮਿਲਦਾ ਹੈ ਕਿ ਮੈਂ ਮਜ਼ੀਦ ਅੱਛੀ ਵੀਡੀਓ ਬਣਾਉਣੀ ਹੈ। ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਜ਼ਮੀ ਲਾਈਕ ਕਰਿਓ ਤੇ ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।